ਵਾਹਿਗੁਰੂ ਜੀ। ਜਬ ਲੋ ਨੀ ਭਾਗ ਲਿਲਾਰ ਉਦੈ, ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮੈਂ ਬੂੜ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹੈ ਮਥਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਸਵਈਆ ਮੱਥਰਾ ਭੱਟ ਜੀ ਦਾ ਉਚਾਰਨ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ। ਅਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕੀਰਤੀ ਕਰਦਿਆਂ ਇਹ ਬਚਨ ਭੱਟ ਜੀ ਨੇ ਕਹੇ ਨੇ। ਭੱਟ ਮੱਥਰਾ ਜੀ ਕਹਿੰਦੇ, ਜਿੰਨਾ ਚਿਰ ਸਾਡੇ ਮੱਥੇ ਦੇ ਭਾਗ ਨਹੀਂ ਜਾਗੇ, ਅਸੀਂ ਭਰਮ ਦੇ ਭਟਕਦੇ ਰਹੇ। ਇਹ ਕਲਯੁਗ ਦੇ ਡਰਾਉਣੇ ਸਮੁੰਦਰ 'ਚ ਡੁੱਬਦੇ ਰਹੇ, ਡੁੱਬਣ ਦਾ ਡਰ ਬਣਿਆ ਰਿਹਾ। ਸੱਚੀ ਗੱਲ ਇਹ ਭੱਟ ਜੀ ਕਹਿੰਦੇ ਨੇ ਕਿ ਵਾਹਿਗੁਰੂ ਨੇ ਗੁਰੂ ਅਰਜਨ ਦੇਵ ਜੀ ਨੂੰ ਇਸ ਧਰਤੀ ਤੇ ਲੋਕਾਂ ਦਾ ਪਾਰ ਉਤਾਰਾ ਕਰਨ ਲਈ ਭੇਜਿਆ, ਕਲਯੁਗੀ ਜੀਵਨ ਦਾ ਉਧਾਰ ਕਰਨ ਲਈ ਭੇਜਿਆ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪੂਰਨਿਆਂ ਤੇ ਚੱਲ ਕੇ ਜ਼ਿੰਦਗੀ ਬਤੀਤ ਕੀਤੀ, ਗੁਰੂ ਅਰਜਨ ਦੇਵ ਜੀ ਨੂੰ ਜਪਿਆ, ਉਹ ਇਸ ਭਵ ਸਾਗਰ ਤੋਂ ਪਾਰ ਉਤਰ ਗਏ, ਦੁੱਖਾਂ ਤੋਂ ਬਾਹਰ ਨਿਕਲ ਗਏ। ਗੁਰੂ ਸਾਹਿਬ ਜੀ ਦਾ ਇਸ ਧਰਤੀ ਤੇ ਆਉਣ ਦਾ ਮਕਸਦ ਹੀ ਦੁਨੀਆ ਦਾ ਪਾਰ ਉਤਾਰਨ ਕਰਨਾ ਸੀ। ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਕਰਦੇ ਹਾਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕੱਲ ਤਾਰਨ ਗੁਰੂ ਨਾਨਕ ਆਇਆ। ਦੁਨੀਆ ਡੁੱਬਦੀ ਕਿਵੇਂ ਹੈ? ਜਦੋਂ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ, ਰਾਜਨੀਤਿਕ ਤੌਰ ਤੇ ਭ੍ਰਿਸ਼ਟਾਚਾਰ ਵਰਤਣਾ ਸ਼ੁਰੂ ਹੋ ਜਾਏ, ਲੋਕਾਂ 'ਚ ਈਰਖਾ, ਦਵੈਸ, ਵੈਰ ਵਿਰੋਧ ਪਸਰਨੇ ਸ਼ੁਰੂ ਹੋ ਜਾਣ, ਦੁਨੀਆ ਉਦੋਂ ਦੁੱਖਾਂ ਦੇ ਸਮੁੰਦਰ ਅੰਦਰ ਡੁੱਬਦੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਸੜਦੀ ਬਲਦੀ ਲੁਕਾਈ ਨੂੰ ਠੰਡ ਪਾਉਣ ਦੇ ਲਈ ਇੱਕ ਨਿਰਮਲ ਪੰਥ ਦੀ ਆਰੰਭਤਾ ਕੀਤੀ। ਨਿਰਮਲ ਪੰਥ ਦਾ ਮਕਸਦ ਸੀ ਇਸ ਧਰਤੀ ਤੇ ਇੱਕ ਹਲੀਮੀ ਰਾਜ ਕਾਇਮ ਕਰਨਾ। ਮਨੁੱਖ ਜਿਹੜਾ ਹਰ ਪੱਖ ਤੋਂ ਨਿਗਰਦਾ ਜਾ ਰਿਹਾ ਹੈ, ਡੁੱਬਦਾ ਜਾ ਰਿਹਾ ਹੈ, ਉਸ ਨੂੰ ਬਚਾਉਣਾ, ਉਹਦਾ ਪਾਰ ਉਤਾਰਾ ਕਰਨਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਵਨ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ, ਸਤਿਗੁਰੂ ਜੀ ਮਨੁੱਖਤਾ ਦੇ, ਜਨਤਾ ਦੇ ਰਹਿਬਰ ਸਨ। ਉਹ ਕੋਈ ਧਾਰਮਿਕ ਪੂਜਾ ਕਰਾਉਣ ਵਾਲੇ ਸੰਤ ਜਾਂ ਭਗਤ ਨਹੀਂ ਸਨ। ਉਹਨਾਂ ਨੇ ਸਾਹਿਤ ਦੇ ਪੱਖ ਤੋਂ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ ਇਸ ਮਨੁੱਖ ਜਾਤੀ ਨੂੰ ਬਹੁਤ ਵੱਡੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਔਰ ਸਤਿਗੁਰੂ ਜੀ ਦੀਆਂ ਦਿੱਤੀਆਂ ਇਹ ਦਾਤਾਂ ਸਦਾ ਕਾਇਮ ਰਹਿਣ ਵਾਲੀਆਂ, ਅਟੱਲ ਨੇ, ਚਿਰਜੀਵੀ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋ ਅਸੀਂ ਜੀਵਨ ਇਤਿਹਾਸ ਪੜ੍ਹਦੇ, ਉਹਨਾਂ ਨੇ ਦੇਖਿਆ ਕਿ ਇਸ ਮਨੁੱਖਤਾ ਨੂੰ ਕਿਸੇ ਧਰਮ ਗ੍ਰੰਥ ਦੀ ਲੋੜ ਹੈ। ਧਰਮ ਗ੍ਰੰਥ ਧਰਤੀ ਤੇ ਪਹਿਲਾਂ ਵੀ ਸਨ। ਕੁਰਾਨ ਹੈ, ਅੰਜੀਲ ਹੈ, ਤੋਰੇਤ ਹੈ, ਜੰਬੂਰ ਹੈ, ਵੇਦ ਸਨ, ਸਿਮਰਤੀਆਂ ਸਨ, ਸ਼ਾਸਤਰ ਸਨ। ਪਰ ਇਹਨਾਂ 'ਚ ਕੁਝ ਇਹ ਅਵਸਥਾ ਸੀ ਕਿ ਇੱਕ ਮਨੁੱਖ, ਇੱਕ ਫਿਰਕੇ ਦੇ ਲੋਕ ਦੂਜੇ ਧਰਮ ਗ੍ਰੰਥ ਨੂੰ ਨਹੀਂ ਪੜ੍ਹ ਸਕਦੇ। ਸਾਰੇ ਲੋਕਾਂ ਦੇ ਲਈ ਉਹ ਧਰਮ ਗ੍ਰੰਥ ਨਹੀਂ ਸਨ। ਸਾਰਿਆਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਸੀ। ਮਨੁੱਖਤਾ ਨੂੰ ਇੱਕ ਅਜਿਹੇ ਧਰਮ ਗ੍ਰੰਥ ਦੀ ਲੋੜ ਸੀ ਜਿਹੜਾ ਸਮੁੱਚੀ ਮਾਨਵਤਾ ਨੂੰ ਰਸਤਾ ਦਰਸਾ ਸਕਦਾ, ਸਮੁੱਚੀ ਮਾਨਵਤਾ ਦੇ ਲਈ ਸਾਂਝਾ ਹੁੰਦਾ। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਦੇ ਗੁਰੂ ਨੇ, ਸਮੁੱਚੀ ਮਾਨਵਤਾ ਦੇ ਧਰਮ ਗ੍ਰੰਥ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਤੁਸੀਂ ਪੜ੍ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 6 ਗੁਰੂਆਂ ਤੋਂ ਬਿਨਾਂ ਇੱਥੇ 15 ਭਗਤਾਂ ਦੀ ਬਾਣੀ ਅੰਕਿਤ ਕੀਤੀ ਹੈ। ਭਗਤ ਫਰੀਦ ਸਾਹਿਬ ਜੀ ਪੰਜਾਬ ਦੇ ਨੇ, ਜੈਦੇਵ ਜੀ ਬੰਗਾਲ ਦੇ ਨੇ, ਕਬੀਰ ਸਾਹਿਬ ਜੀ, ਰਵਿਦਾਸ ਸਾਹਿਬ ਜੀ ਬਨਾਰਸ ਦੇ ਯੂਪੀ ਦੇ ਨੇ, ਬੇਣੀ ਜੀ ਬਿਹਾਰ ਦੇ ਨੇ, ਨਾਮਦੇਵ ਜੀ ਤ੍ਰਿਲੋਚਨ ਜੀ ਮਹਾਰਾਸ਼ਟਰ ਦੇ ਨੇ, ਧੰਨਾ ਜੀ ਰਾਜਸਥਾਨ ਦੇ ਨੇ। ਸਾਰੇ ਪ੍ਰਾਂਤਾਂ ਦੇ ਨਾਲ, ਮੁਲਕ ਦੇ ਨਾਲ ਸੰਬੰਧਿਤ ਉਹਨਾਂ ਰੱਬੀ ਪਿਆਰਿਆਂ ਦੀ ਰਚਨਾ ਨੂੰ ਸਤਿਗੁਰੂ ਜੀ ਨੇ ਅੰਕਿਤ ਕੀਤਾ। ਫਿਰ ਹਿੰਦੁਸਤਾਨ, ਭਾਰਤ ਦੀ ਧਰਤੀ ਦੇ ਉੱਪਰ ਕਿੱਤਿਆਂ ਦੇ ਨਾਂ 'ਤੇ ਬੜਾ ਵਿਤਕਰਾ ਸੀ। ਕਿਰਤ ਨੂੰ ਬੜਾ ਛੁਟਿਆਇਆ ਗਿਆ ਸੀ, ਕਿਰਤੀਆਂ ਨੂੰ ਬੜਾ ਨਿੰਦਿਆ ਗਿਆ ਸੀ। ਕਿਰਤੀਆਂ ਤੋਂ ਬਿਨਾਂ ਕੋਈ ਮੁਲਕ, ਕੋਈ ਸਮਾਜ, ਕੋਈ ਕੌਮ ਕਦੀ ਵੀ ਵਿਕਾਸ ਨਹੀਂ ਕਰ ਸਕਦੀ। ਸਤਿਗੁਰੂ ਜੀ ਨੇ ਕਿਰਤੀਆਂ ਦੀ ਬਾਣੀ ਨੂੰ ਮਾਣ ਦਿੱਤਾ। ਬਾਬਾ ਧੰਨਾ ਜੀ ਹਾਲ ਵਾਹੁਣ ਵਾਲੇ ਜੱਟ ਜ਼ਿਮੀਂਦਾਰ ਨੇ,
ਬਾਬਾ ਕਬੀਰ ਜੀ ਜੁਲਾਹੇ ਦਾ ਕੰਮ ਕਰਨ ਵਾਲੇ, ਰਵਿਦਾਸ ਜੀ ਚਮਾਰ ਜੁੱਤੀਆਂ ਦਾ ਕੰਮ ਕਰਨ ਵਾਲੇ, ਇਸ ਤਰ੍ਹਾਂ ਵੱਖਰੇ ਵੱਖਰੇ ਕਿੱਤਿਆਂ ਦੇ ਨਾਲ, ਸੈਣ ਜੀ ਨਾਈ ਸਨ। ਇਸੇ ਤਰੀਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੱਖ-ਵੱਖ ਕੰਮਾਂ ਦੇ ਨਾਲ ਆਧਾਰਿਤ ਲੋਕਾਂ ਨੂੰ ਇਸ ਪਵਿੱਤਰ ਬਾਣੀ ਦੇ ਅੰਦਰ ਮਾਣ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਜਿਹੜੀ ਹੈ ਉਹ ਕੇਵਲ ਧਾਰਮਿਕ ਪੱਖ ਤੋਂ ਸੇਧ ਨਹੀਂ ਦਿੰਦੀ। ਗੁਰਬਾਣੀ ਸਾਡੇ ਸਮੁੱਚੇ ਜੀਵਨ ਦੀ ਅਗਵਾਈ ਕਰਦੀ ਹੈ। ਗੁਰਬਾਣੀ ਸਮੁੱਚੀ ਮਾਨਵਤਾ 'ਚ ਇੱਕ ਸਾਰਤਾ, ਇੱਕ ਸਾਂਝਾ ਸਮਾਜ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ। ਗੁਰਬਾਣੀ ਸਾਡੇ ਵਿੱਚੋਂ ਇਹ ਦੂਰੀਆਂ ਨੂੰ ਖਤਮ ਕਰਕੇ ਮਨੁੱਖ ਦਾ ਪ੍ਰਮਾਤਮਾ ਨਾਲ ਕੀ ਰਿਸ਼ਤਾ ਹੈ, ਮਨੁੱਖ ਦਾ ਸਮਾਜ ਨਾਲ ਕੀ ਰਿਸ਼ਤਾ ਹੈ, ਮਨੁੱਖ ਦਾ ਆਪਣੇ ਨਾਲ ਕੀ ਰਿਸ਼ਤਾ ਹੈ, ਇਹ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਿੰਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਜਿਹਦੇ ਅੰਦਰ ਇੱਕ ਕਿਰਸਾਨ ਦੀ ਗੱਲ ਵੀ ਹੈ, ਵਪਾਰੀ ਦੀ ਗੱਲ ਵੀ ਹੈ, ਹਲ ਵਾਹੁਣ ਵਾਲੇ ਦੀ ਗੱਲ ਵੀ ਹੈ, ਨੌਕਰੀ ਕਰਨ ਵਾਲੇ ਦੀ ਗੱਲ ਹੈ, ਔਰ ਚਾਕਰੀ ਇਵੇਂ ਕਹਿ ਲਓ ਸੁਦਾਗਰੀ ਕਰਨ ਵਾਲੇ ਦੀ ਗੱਲ ਹੈ, ਰਾਜੇ ਦੀ ਗੱਲ ਹੈ, ਕਾਜੀ ਦੀ ਗੱਲ ਹੈ, ਜੋਗੀ ਦੀ ਗੱਲ ਹੈ। ਹਰ ਤਰ੍ਹਾਂ ਦੀ ਮਨੁੱਖ ਨੂੰ ਸੰਬੋਧਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮੁੱਚੀ ਮਾਨਵਤਾ 'ਚ ਏਕ ਪਿਤਾ ਏਕ ਸਿਹਮ ਬਾਰਕ ਦਾ ਸੁਨੇਹਾ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਿੰਨੀ ਵੱਡੀ ਵਡਿਆਈ ਹੈ। ਅਮਰੀਕਾ ਦੇ ਰਹਿਣ ਵਾਲੇ ਇੱਕ ਵਿਦਵਾਨ ਮਿਸਟਰ ਬਰਨਾਰਡ ਸ਼ਾਹ ਨੇ ਇਹ ਗੱਲ ਕਹੀ ਹੈ ਕਿ ਜਿਸ ਪਾਸੇ ਨੂੰ ਇਹ ਮਨੁੱਖ ਤੁਰ ਰਿਹਾ ਹੈ ਇਸ ਵੇਲੇ, ਆਪਾਂ ਦੇਖਦੇ ਹਾਂ ਇਸ ਵੇਲੇ ਸਾਡੇ ਆਲੇ ਦੁਆਲੇ ਸਮੁੱਚੀ ਦੁਨੀਆ 'ਚ ਇੱਕ ਮਹਾਮਾਰੀ ਪਸਰੀ ਹੋਈ ਹੈ, ਤਬਾਹੀ ਹੋ ਰਹੀ ਹੈ। ਇਹ ਬਹੁਤ ਚਿਰ ਪਹਿਲਾਂ ਮਿਸਟਰ ਬਰਨਾਰਡ ਸ਼ਾਹ ਨੇ ਇਹ ਗੱਲ ਕਹੀ ਸੀ ਕਿ ਮਨੁੱਖ ਜਿਸ ਪਾਸੇ ਤੁਰਿਆ ਹੋਇਆ ਹੈ ਬੜੀ ਤਬਾਹੀ ਹੋਏਗੀ ਮਨੁੱਖਤਾ ਦੀ, ਕਿਉਂਕਿ ਮਨੁੱਖੀ ਸਮਾਜ ਦੇ ਅੰਦਰ ਜੋ ਇਸ ਵੇਲੇ ਲੋਕ ਆਗੂ ਨੇ ਜਾਂ ਮੁੱਖ ਅਹੁਦਿਆਂ ਤੇ ਬੈਠੇ ਨੇ, ਉਹ ਮਨੁੱਖ ਦੇ ਸਮਾਜ ਦੀ ਵਿਕਾਸ ਲਈ ਨਹੀਂ ਸੋਚਦੇ, ਉਹ ਤਬਾਹੀ ਦੇ ਸਮਾਨ ਬਣਾ ਰਹੇ ਨੇ। ਹਰ ਮਨੁੱਖ ਜਿਹੜਾ ਤਬਾਹੀ ਦੇ ਸਮਾਨ ਬਣਾ ਰਿਹਾ ਹੈ। ਗਰੀਬਾਂ ਦੇ ਮੂੰਹ ਵਿੱਚੋਂ ਰੋਟੀਆਂ ਖੋ ਕੇ ਗੋਲੀਆਂ ਖਰੀਦੀਆਂ ਜਾਂਦੀਆਂ ਨੇ, ਐਟਮ ਬੰਬ ਖਰੀਦੇ ਜਾਂਦੇ ਨੇ, ਤਬਾਹੀ ਦੇ ਸਾਧਨ ਖਰੀਦੇ ਜਾਂਦੇ ਨੇ। ਤੇ ਇਸ ਵਿਦਵਾਨ ਨੇ ਬਹੁਤ ਚਿਰ ਪਹਿਲਾਂ ਇੱਕ ਭਵਿੱਖ ਦੀ ਗੱਲ ਕਹੀ ਸੀ ਕਿ ਦੁਨੀਆ ਤਬਾਹੀ ਵੱਲ ਜਾ ਰਹੀ। ਜਦੋਂ 4 ਸਵੇਰੇ ਤਬਾਹੀ ਮੱਚੇਗੀ, ਸਾਰੀ ਮੁਲਕਾਂ ਦੇ ਲੋਕ ਇਕੱਠੇ ਹੋਣਗੇ, ਫਿਰ ਇੱਕ ਸਾਂਝੀ ਗਵਰਨਮੈਂਟ ਬਣੇਗੀ। ਉਹ ਸਾਂਝੀ ਗਵਰਨਮੈਂਟ ਦਾ ਵਿਧਾਨ ਹੋਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਲਾ। ਗੁਰੂ ਅਰਜਨ ਦੇਵ ਜੀ ਨੇ ਦੇਖਿਆ ਕਿ ਦੁਨੀਆ ਡੁੱਬ ਰਹੀ ਹੈ, ਸੜ ਰਹੀ ਹੈ, ਦੁੱਖਾਂ 'ਚ ਹਨੇਰੇ 'ਚ ਹੈ, ਪਰ ਇਹ ਮਨੁੱਖਤਾ ਰਸਤਾ ਚਾਹੁੰਦੀ ਹੈ, ਇਹਨੂੰ ਰਸਤਾ ਦੇਣ ਦੇ ਲਈ ਲੋੜ ਹੈ। ਤੇ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ ਇੱਕ ਧਰਮ ਗ੍ਰੰਥ ਤਿਆਰ ਕਰਕੇ ਦੇ ਦਿੱਤਾ। ਨਾਲ ਸਤਿਗੁਰੂ ਜੀ ਨੇ ਐਲਾਨ ਕਰਤਾ ਜਿਹੜਾ ਇਸ ਪਵਿੱਤਰ ਬਾਣੀ ਤੋਂ ਸੇਧ ਲਏਗਾ ਉਹਦਾ ਉਧਾਰ ਹੋਏਗਾ। ਸਤਿਗੁਰੂ ਜੀ ਦਾ ਐਲਾਨਨਾਮਾ ਅੰਕਿਤ ਹੈ ਕਿ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबस आधारो, जे को खावै जे को पुंचे तिसका होए उधारो, ਇਹ ਵਸਤਜੀ न ਜਾਈ ਨਿਤ ਰੱਖ ਉਰਤਾਰੋ। ਸਤਿਗੁਰੂ ਜੀ ਕਹਿੰਦੇ ਜਿਹੜਾ ਇਸ ਥਾਲ ਦੇ ਭੋਜਨ ਨੂੰ ਛਕ ਕੇ ਪਚਾ ਲਏਗਾ ਉਹਦਾ ਉਧਾਰ ਹੋਏਗਾ। ਪਰ ਇਹ ਗੱਲ ਚੇਤੇ ਰੱਖਿਓ ਕਿ ਇਸ ਵਸਤੂ ਨੂੰ ਤਿਆਗਿਆਂ ਗੱਲ ਨਹੀਂ ਬਾਣੀ, ਇਸ ਤੋਂ ਬਿਨਾਂ ਜ਼ਿੰਦਗੀ 'ਚ ਦੁੱਖਾਂ ਤੋਂ ਬਾਹਰ ਨਿਕਲਿਆ ਨਹੀਂ ਜਾਣਾ। ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਨੂੰ ਇਸ ਮਹਾਨ ਗ੍ਰੰਥ ਦੀ ਦਾਤ ਦਿੱਤੀ ਤਾਂ ਕਿ ਮਨੁੱਖੀ ਸਮਾਜ ਜਿਹੜਾ ਹੈ ਉੱਚੀਆਂ ਸਿਖਰਾਂ ਨੂੰ ਛੋਹ ਸਕੇ। ਇਹ ਮਨੁੱਖਤਾ ਦੇ ਵਿਕਾਸ ਲਈ, ਉਸਾਰੀ ਦੇ ਲਈ ਧਰਮ ਗ੍ਰੰਥ ਦੀ ਸਿਰਜਣਾ ਕੀਤੀ ਹੈ। ਸਤਿਗੁਰੂ ਜੀ ਨੇ ਦੇਖਿਆ ਦੁਨੀਆ ਨੂੰ ਇੱਕ ਸਾਂਝੇ ਸਥਾਨ ਦੀ ਲੋੜ ਹੈ, ਸਾਂਝੇ ਧਰਮ ਮੰਦਰ ਦੀ ਲੋੜ ਹੈ। ਧਰਮ ਮੰਦਰ ਬਹੁਤ ਸਨ, ਕਿਸੇ ਥਾਂ ਤੇ ਕਿਸੇ ਨੂੰ ਕਾਫਰ ਕਹਿ ਕੇ ਨਹੀਂ ਜਾਣ ਦਿੱਤਾ ਜਾਂਦਾ, ਕਿਸੇ ਨੂੰ ਸ਼ੂਦਰ ਕਹਿ ਕੇ ਨਹੀਂ ਵੰਡ ਦਿੱਤਾ ਜਾਂਦਾ। ਆਪਣੇ ਭਾਰਤ ਦੀ ਧਰਤੀ ਤੇ ਇਹੋ ਜਿਹੇ ਧਰਮ ਮੰਦਰ ਨੇ ਜਿੱਥੇ ਹਰ ਮਨੁੱਖ ਨੂੰ ਜਾਣ ਦਾ ਅਧਿਕਾਰ ਨਹੀਂ ਹੈ। ਮੁਲਕ ਦੇ ਰਾਸ਼ਟਰਪਤੀ ਨੂੰ ਵੀ ਜਾਣ ਦਾ ਜਿੱਥੇ ਅਧਿਕਾਰ ਨਹੀਂ ਦਿੱਤਾ ਜਾਂਦਾ। ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਤੇ ਇੱਕ ਸਾਂਝਾ ਧਰਮ ਮੰਦਰ ਕਾਇਮ ਕੀਤਾ ਜਿੱਥੇ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ, ਉਪਦੇਸ਼, ਚੌਧਰਾਂ ਕੋ ਸਾਂਝਾ ਮਿਲ ਸਕੇ। ਸਤਿਗੁਰੂ ਜੀ ਨੇ ਉਸ ਧਰਮ ਮੰਦਰ ਦੀ ਨੀਂਹ ਰੱਖਣ ਰੱਖਿਆ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਨੂੰ ਮਾਣ ਦਿੱਤਾ ਤੇ ਉਹਨਾਂ ਪਾਸੋਂ ਇੱਟ ਰਖਾਈ, ਸਾਂਝੀ ਵਾਲਤਾ ਦਾ ਸਬੂਤ ਦਿੱਤਾ। ਸਤਿਗੁਰੂ ਜੀ ਨੇ 4 ਦਰਵਾਜ਼ੇ ਲਗਾ ਕੇ 100 ਵਰਣਾਂ ਦੇ ਲੋਕਾਂ ਦੇ ਲਈ ਸਮੁੱਚੀ ਮਾਨਵਤਾ ਨੂੰ ਇੱਕ ਸੁਨੇਹਾ ਦਿੱਤਾ ਕਿ ਸਾਰਿਆਂ ਨੂੰ ਪਿਆਰ ਮਿਲੇਗਾ। ਸਤਿਗੁਰੂ ਜੀ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੇਵਲ ਧਾਰਮਿਕ ਕੰਮ ਹੀ ਨਹੀਂ, ਸਤਿਗੁਰੂ ਜੀ ਦੀ ਸਾਹਿਤਕ ਪੱਖ ਤੋਂ ਤੁਸੀਂ ਵਡਿਆਈ ਦੇਖੋ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਸਤਿਗੁਰੂ ਜੀ ਨੇ ਪੰਜਾਬੀ ਗੁਰਮੁਖੀ ਲਿਪੀ ਦੇ ਅੰਦਰ ਕੀਤੀ, ਲੋਕਾਂ ਦੀ ਬੋਲੀ ਦੇ ਅੰਦਰ ਕੀਤੀ, ਔਰ ਪੰਜਾਬੀ ਬੋਲੀ ਨੂੰ ਰਹਿੰਦੀ ਦੁਨੀਆ ਤੱਕ ਇਹੋ ਜਿਹਾ ਮਾਣ ਦੇਤਾ। ਉਹਦੇ 'ਚ ਇਹੋ ਜਿਹੇ ਮਹਾਨ ਗ੍ਰੰਥ ਦੀ ਰਚਨਾ ਜਿਹੋ ਜਿਹਾ ਧਰਤੀ ਤੇ ਪਹਿਲਾਂ ਕੋਈ ਨਹੀਂ ਹੋਇਆ।
ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਇੱਕ ਬਹੁਤ ਵੱਡੀ ਕ੍ਰਾਂਤੀਕਾਰੀ ਘਟਨਾ ਸੀ ਉਸ ਵੇਲੇ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਾਸ ਹੁੰਦਾ ਹੈ। ਫਿਰ ਗੁਰਮੁਖੀ ਲਿਪੀ ਨੂੰ ਐਡਾ ਵੱਡਾ ਮਾਣ ਦੇ ਦਿੱਤਾ, ਸਦਾ ਲਈ ਜਿਉਂਦੀ ਕਰ ਦਿੱਤੀ ਇਹ ਲਿਪੀ ਸਤਿਗੁਰੂ ਸੱਚੇ ਪਾਤਸ਼ਾਹ ਨੇ। ਅੱਜ ਭਾਵੇਂ ਬੜੇ ਤੰਗ ਦੇ ਲੋਕ ਜਿਹੜੇ ਨੇ ਉਹ ਪੰਜਾਬੀ ਬੋਲੀ ਦੇ ਪ੍ਰਤੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਆਪਣੀ ਘਿਨਾਉਣੀ ਜਾਂ ਆਪਣੀ ਨੀਚ ਹਰਕਤਾਂ ਕਰਨ ਵਾਲੀ ਸੋਚ ਵਰਤਦੇ ਰਹਿੰਦੇ ਨੇ, ਪਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੁਗੋ ਜੁਗ ਅਟਲ ਹੈ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਧਰਤੀ ਤੇ ਗੂੰਜਦੀ ਰਹੇਗੀ, ਉਹਨਾਂ ਚਿਰ ਪੰਜਾਬੀ ਬੋਲੀ ਗੂੰਜਦੀ ਰਹੇਗੀ। ਉਹ ਲੋਕ ਅਗਿਆਨੀ ਨੇ ਜਿਹੜੇ ਕਹਿੰਦੇ ਪੰਜਾਬੀ ਮੁੱਕ ਜਾਏਗੀ, ਪੰਜਾਬੀ ਲੋਕ ਮੁੱਕ ਜਾਣਗੇ, ਇਹ ਉਹਨਾਂ ਦੀ ਅਗਿਆਨਤਾ ਦਾ ਪ੍ਰਤੀਕ ਨੇ ਗੱਲਾਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਜੀ ਨੇ ਗੁਰਮੁਖੀ ਲਿਪੀ ਚ ਮਾਣ ਦਿੱਤਾ, ਰਚਨਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਸਾਹਿਤਕ ਪੱਖ ਤੋਂ ਕਿੰਨੀ ਵੱਡੀ ਦਾਤ ਸਤਿਗੁਰੂ ਜੀ ਨੇ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਕਈ ਰਾਗਾਂ ਵਿੱਚ ਹੈ। ਕਾਵ ਕਲਾ ਦੇ ਅੰਦਰ ਬੇਅੰਤ ਸਤਿਗੁਰੂ ਜੀ ਨੇ ਵੰਨਗੀਆਂ ਵਰਤੀਆਂ ਨੇ। ਸਤਿਗੁਰੂ ਜੀ ਦੀ ਆਪਣੀ ਪਵਿੱਤਰ ਬਾਣੀ ਦੇਖੋ, ਗੁਰੂ ਨਾਨਕ ਸਾਹਿਬ ਜੀ ਨੇ 19 ਰਾਗਾਂ 'ਚ ਬਾਣੀ ਉਚਾਰਨ ਕੀਤੀ, ਗੁਰੂ ਸਾਹਿਬ ਜੀ ਨੇ 11 ਹੋਰ ਰਾਗ ਵਿੱਚ ਪਾ ਕੇ 30 ਰਾਗਾਂ 'ਚ ਬਾਣੀ ਕਰ ਦਿੱਤੀ। ਔਰ ਇੱਥੇ ਬਸ ਨਹੀਂ, ਸਤਿਗੁਰੂ ਜੀ ਆਪ ਸ਼ਿਰੰਦੇ ਦੀ ਕਾਢ ਗੁਰੂ ਅਰਜਨ ਦੇਵ ਜੀ ਨੇ ਕੱਢੀ ਹੈ। ਸਤਿਗੁਰੂ ਜੀ ਆਪ ਬੜੇ ਤਗੜੇ ਸੰਗੀਤਕਾਰ ਸਨ। ਸਾਹਿਤਕ ਪੱਖ ਤੋਂ, ਕਾਵ ਕਲਾ ਤੋਂ, ਸੰਗੀਤ ਪੱਖ ਤੋਂ ਗੁਰੂ ਅਰਜਨ ਦੇਵ ਜੀ ਦੀ ਬਹੁਤ ਵੱਡੀ ਦੇਣ ਹੈ ਇਸ ਸਮਾਜ ਨੂੰ, ਮਨੁੱਖੀ ਸਮਾਜ ਨੂੰ। ਗੁਰੂ ਸਾਹਿਬ ਜੀ ਦੀ ਇਮਾਰਤ ਸਾਜੀ ਦਾ ਪੱਖ ਤੁਸੀਂ ਦੇਖੋ, ਉਦੋਂ ਰਾਜੇ ਮਹਾਰਾਜੇ ਨਗਰ ਵਸਾਇਆ ਕਰਦੇ ਸਨ ਤੇ ਉਹਨਾਂ ਦੇ ਨਗਰ ਵਸਾਉਣ ਦਾ ਜਾਂ ਇਮਾਰਤਾਂ ਬਣਾਉਣ ਦਾ ਮਕਸਦ ਆਪਣੇ ਐਸੋ ਇਸਰਤ ਦਾ ਸਾਧਨ ਹੁੰਦਾ ਸੀ। ਉਹ ਜਦੋਂ ਨਗਰ ਵਸਾਉਂਦੇ ਸਨ, ਲੋਕਾਂ ਤੇ ਜ਼ੋਰ ਜ਼ੁਲਮ ਕਰਕੇ, ਲੋਕਾਂ ਕੋਲ ਜ਼ਬਰਦਸਤੀ ਵਿਗਾਰ ਕਰਾ ਕੇ ਜਾਂ ਲੋਕਾਂ ਪੈਸੇ ਵਸੂਲ ਕੇ ਆਪਣੇ ਉਹ ਨਗਰ ਵਸਾਇਆ ਕਰਦੇ ਸਨ, ਜਾਂ ਉਹ ਬਿਲਡਿੰਗਾਂ ਬਣਾਇਆ ਕਰਦੇ ਸਨ ਜਿੱਥੇ ਹਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਹੁੰਦੀ। ਪਰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ, ਤਰਨ ਤਾਰਨ ਬਣਾਇਆ, ਕਰਤਾਰਪੁਰ ਵਸਾਇਆ। ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ 'ਚ ਗੁਰਸਿੱਖਾਂ ਨੇ ਪਿਆਰ ਨਾਲ ਸੇਵਾ ਕੀਤੀ। ਸਤਿਗੁਰੂ ਜੀ ਨੇ ਆਰਥਿਕ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਨਗਰ ਵਸਾਏ। ਆਰਥਿਕ ਲੋੜਾਂ ਨੂੰ, ਕਿਉਂਕਿ ਸਤਿਗੁਰੂ ਜੀ ਲੋਕਾਂ ਦੀਆਂ ਆਰਥਿਕ ਗੱਲਾਂ ਨੂੰ ਜਾਣਦੇ ਸਨ। ਗੁਰੂ ਅਰਜਨ ਦੇਵ ਜੀ ਨੇ ਲੋਕਾਂ 'ਚ ਰਹਿ ਕੇ, ਵਿਚਰ ਕੇ ਲੋਕਾਂ ਦੇ ਦੁੱਖਾਂ ਨੂੰ ਸਮਝਿਆ ਤੇ ਇਹਨਾਂ ਨੂੰ ਦੂਰ ਕਰਨ ਦੇ ਲਈ ਸਤਿਗੁਰੂ ਜੀ ਨੇ ਸਮਾਜ ਦੀ ਉਸਾਰੀ ਦੇ ਲਈ ਸਾਧਨ ਬਣਾਏ। ਸਮਾਜ ਨੂੰ ਆਰਥਿਕ ਤੌਰ ਤੇ ਉੱਚਾ ਚੁੱਕਣ ਲਈ ਸਤਿਗੁਰੂ ਜੀ ਨੇ ਅੰਮ੍ਰਿਤਸਰ ਨਗਰ 'ਚ ਗੁਰੂ ਬਾਜ਼ਾਰ ਬਣਾਇਆ। ਲੋਕਾਂ ਨੂੰ ਕੋਲੋਂ ਪੈਸੇ ਦੇ ਕੇ ਸਤਿਗੁਰੂ ਜੀ ਨੇ ਉੱਥੇ ਉਹਨਾਂ ਦੇ ਕਾਰੋਬਾਰ ਜਿਹੜੇ ਸਨ ਕਾਇਮ ਕੀਤੇ, ਉਹਨਾਂ ਨੂੰ ਉੱਥੇ ਵਪਾਰ ਕਰਨ ਦੀ ਪ੍ਰੇਰਣਾ ਕੀਤੀ। ਤਰਨ ਤਾਰਨ ਨਗਰ ਜਾਂ ਕਰਤਾਰਪੁਰ ਨਗਰ ਇਹ ਆਰਥਿਕ ਲੋੜਾਂ ਲਈ ਸਨ। ਇੱਥੇ ਬਸ ਨਹੀਂ, ਸਤਿਗੁਰੂ ਜੀ ਨੇ ਭਾਵੇਂ ਆਪਣੇ ਹੱਥੀਂ ਜ਼ਿਮੀਂਦਾਰਾ ਨਹੀਂ ਕੀਤਾ, ਜਿਵੇਂ ਗੁਰੂ ਨਾਨਕ ਸਾਹਿਬ ਜੀ ਜ਼ਿਮੀਂਦਾਰਾ ਕਰਦੇ ਰਹੇ, ਹਲ ਵਾਹੁੰਦੇ ਰਹੇ, ਲੇਕਿਨ ਗੁਰੂ ਸਾਹਿਬ ਜੀ ਜ਼ਿਮੀਂਦਾਰਾਂ ਦੇ ਦੁੱਖਾਂ ਨੂੰ ਜਾਣਦੇ ਸਨ, ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਸਨ। ਜਿਸ ਵੇਲੇ ਪੰਜਾਬ ਦੀ ਧਰਤੀ ਤੇ ਕਾਲ ਪੈ ਗਿਆ, ਸਤਿਗੁਰੂ ਜੀ 3 ਸਾਲ ਆਪਣੇ ਹੱਥੀਂ ਲੋਕਾਂ ਦੀ ਸੇਵਾ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਆ ਘਰ ਬਣਾਏ। ਤਰਨ ਤਾਰਨ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਦੀ ਸੇਵਾ ਦੇ ਲਈ ਇੱਕ ਕੋੜੀਆਂ ਦੇ ਲਈ ਹਸਪਤਾਲ ਬਣਾਇਆ, ਪਿੰਗਲਾ ਘਰ ਬਣਾਇਆ। ਇਹ ਸਮਾਜ ਦੀ ਬਹੁਤ ਵੱਡੀ ਸੇਵਾ ਸੀ ਸਤਿਗੁਰੂ ਜੀ ਦੀ। ਇਹ ਗੱਲ ਠੀਕ, ਅਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਗਏ ਹਾਂ। ਗੁਰੂ ਸਾਹਿਬ ਜੀ ਨੇ ਲੋਕਾਂ ਦੀਆਂ ਆਰਥਿਕ ਲੋੜਾਂ ਨੂੰ ਮੁੱਖ ਰੱਖਦਿਆਂ ਜਦੋਂ ਅਕਬਰ ਆਇਆ ਸਤਿਗੁਰੂ ਜੀ ਕੋਲ, ਮਹਾਰਾਜ ਮੈਨੂੰ ਕੋਈ ਸੇਵਾ ਦੱਸੋ, ਮੈਂ ਕੀ ਕਰ ਸਕਦਾ? ਤੇ ਸਤਿਗੁਰੂ ਜੀ ਨੇ ਆਪਣੇ ਲਈ ਕੁਝ ਨਹੀਂ ਮੰਗਿਆ। ਸਤਿਗੁਰੂ ਜੀ ਨੇ ਕੋਈ ਗੱਲ ਕਹੀ ਕਿ ਕਾਲ ਪੈ ਗਿਆ ਹੈ, ਲੋਕਾਂ ਦਾ ਮਾਮਲਾ ਮਾਫ ਕਰ ਦਿੱਤਾ ਜਾਏ। ਸਤਿਗੁਰੂ ਜੀ ਨੇ ਲੋਕਾਂ ਦੀਆਂ ਆਰਥਿਕ ਲੋੜਾਂ ਨੂੰ ਮੁੱਖ ਰੱਖਦਿਆਂ ਥਾਂ ਥਾਂ ਤੇ ਖੂਹ ਲਵਾਏ, ਬੌਲੀਆਂ ਤਿਆਰ ਕਰਾਈਆਂ, ਇਹ ਸਰੋਵਰ ਤਿਆਰ ਕਰਾਏ। ਇਹ ਲੋਕਾਂ ਦੀਆਂ ਆਰਥਿਕ ਤੇ ਸਰੀਰਕ ਲੋੜਾਂ ਲਈ ਸਨ। ਛਿਆਟਾ ਸਾਹਿਬ ਸਤਿਗੁਰੂ ਜੀ ਨੇ ਨਗਰ ਵਸਾਇਆ, ਜਿੱਥੇ ਛਿਆਟਾ ਇੱਕ ਸਤਿਗੁਰੂ ਜੀ ਨੇ 6 ਹਲਟਾਂ ਵਾਲਾ ਖੂਹ ਬਣਾਇਆ। ਇਹ 6 ਹਲਟਾਂ ਵਾਲਾ ਖੂਹ ਇਕੱਲਾ ਕੋ ਮੱਥਾ ਟੇਕਣ ਲਈ ਨਹੀਂ ਸੀ, ਇਹ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਸ ਸਮੇਂ ਸਤਿਗੁਰੂ ਜੀ ਨੇ 6 ਹਲਟ ਇਹਦੇ ਵਿੱਚ ਲਾਏ ਤਾਂ ਕਿ ਲੋਕਾਂ ਨੂੰ ਖੇਤੀ ਦੇ ਲਈ ਪਾਣੀ ਮਿਲਦਾ ਰਹੇ। ਇਹ ਗੁਰੂ ਸਾਹਿਬ ਜੀ ਲੋਕਾਂ ਦੀਆਂ ਆਰਥਿਕ ਲੋੜਾਂ ਨੂੰ, ਮਜਬੂਰੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਏ ਸਭ ਕੁਝ ਕਰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਆਰਥਿਕ ਵਿਕਾਸ ਦੀ ਗੱਲ ਕੀਤੀ, ਸਾਹਿਤਕ ਵਿਕਾਸ ਦੀ ਗੱਲ ਕੀਤੀ, ਧਾਰਮਿਕ ਵਿਕਾਸ ਦੀ ਗੱਲ ਕੀਤੀ, ਉੱਥੇ ਗੁਰੂ ਸਾਹਿਬ ਜੀ ਮਹਾਰਾਜ ਨੇ ਲੋਕਾਂ ਨੂੰ ਜਥੇਬੰਦ ਕਰਨ ਦੇ ਲਈ, ਲਾਮਬੰਦ ਕਰਨ ਦੇ ਲਈ ਬਹੁਤ ਵੱਡਾ ਕਾਰਜ ਕੀਤਾ। ਆਪਾਂ ਦੇਖਦੇ ਹਾਂ ਜਿਵੇਂ ਸ਼ਖਸੀਅਤਾਂ ਉਹ ਹੁੰਦੀਆਂ ਨੇ ਜਿਹੜੀਆਂ ਅੱਗੇ ਹੋਰ ਸ਼ਖਸੀਅਤਾਂ ਪੈਦਾ ਕਰਨ, ਰੋਸ਼ਨੀ ਤੋਂ ਅੱਗੇ ਰੋਸ਼ਨੀ ਬਣਦੀ ਆ। ਗੁਰੂ ਸਾਹਿਬ ਜੀ ਇਹੋ ਜਿਹੀ ਮਹਾਨ ਹਸਤੀ ਸਨ ਕਿ ਸਤਿਗੁਰੂ ਜੀ ਨੇ ਮਹਾਨ ਲੋਕ ਪੈਦਾ ਕੀਤੇ, ਇਹੋ ਜਿਹੇ ਬਹਾਦਰ ਯੋਧੇ ਪੈਦਾ ਕੀਤੇ, ਮਨੁੱਖਤਾ ਦੇ ਸੇਵਾਦਾਰ ਪੈਦਾ ਕੀਤੇ ਜਿਹੜੇ ਸਮਾਜ ਦੇ ਵਿੱਚ ਕ੍ਰਾਂਤੀ ਲਿਆ ਸਕਣ। ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਭਾਈ ਬਿਧੀ ਚੰਦ ਜੀ ਸਿੱਖੀ ਨਾਲ ਜੁੜੇ, ਭਾਈ ਜੇਠਾ ਜੀ, ਇਸੇ ਤਰੀਕੇ ਦੇ ਨਾਲ ਭਾਈ ਵਹਿਲੋ ਜੀ, ਭਾਈ ਬੰਨੋ ਜੀ, ਭਾਈ ਮੰਝ ਜੀ, ਬੜੇ ਮਹਾਨ ਸਿੱਖ ਜਿਹੜੇ ਸਨ ਸਤਿਗੁਰੂ ਜੀ ਦੇ ਆਲੇ ਦੁਆਲੇ ਉਸ ਵੇਲੇ ਰਹਿੰਦੇ ਸਨ। ਸਤਿਗੁਰੂ ਜੀ ਨੇ ਕੌਮ ਨੂੰ ਜਥੇਬੰਦ ਕੀਤਾ, ਸਮਾਜ ਨੂੰ
ਔਰ ਸਮਾਜ ਨੂੰ ਜਥੇਬੰਦ ਕਰਨ ਦੇ ਲਈ ਦਸਵੰਧ ਪ੍ਰਥਾ ਨੂੰ ਸਤਿਗੁਰੂ ਜੀ ਨੇ ਪੱਕੇ ਤੌਰ ਤੇ ਲਾਗੂ ਕਰ ਦਿੱਤਾ। ਸਤਿਗੁਰੂ ਜੀ ਨੇ ਲੰਗਰਾਂ ਨੂੰ ਚਾਲੂ ਰੱਖਣ ਦੇ ਲਈ ਆਪ ਭਾਵੇਂ ਤੰਗ ਵੀ ਹੋ ਗਏ, ਘਰ ਦੀਆਂ ਚੀਜ਼ਾਂ ਵੇਚਣੀਆਂ ਪਈਆਂ, ਪਰ ਸਤਿਗੁਰੂ ਜੀ ਨੇ ਲੰਗਰ ਬੰਦ ਨਹੀਂ ਹੋਣ ਤੇ ਲੰਗਰਾਂ ਨੂੰ ਚੱਲਦੇ ਰੱਖਣ ਦੇ ਲਈ ਸਤਿਗੁਰੂ ਜੀ ਨੇ ਸੰਘਰਸ਼ ਕੀਤਾ। ਇੱਥੇ ਬਸ ਨਹੀਂ, ਜਿੱਥੇ ਸਤਿਗੁਰੂ ਜੀ ਨੇ ਸਮਾਜਿਕ ਤੌਰ ਤੇ ਸਾਨੂੰ ਇਕਸੁਰਤਾ ਦਿੱਤੀ, ਸਾਹਿਤਕ ਤੌਰ ਤੇ ਦਾਤਾਂ ਦਿੱਤੀਆਂ, ਧਾਰਮਿਕ ਤੌਰ ਤੇ ਸਾਨੂੰ ਸਤਿਗੁਰੂ ਜੀ ਨੇ ਬਹੁਤ ਵੱਡੀ ਦਾਤ ਬਖਸ਼ਿਸ਼ ਕੀਤੀ, ਉੱਥੇ ਸਤਿਗੁਰੂ ਜੀ ਨੇ ਜੇ ਲੋੜ ਪਈ, ਜਦੋਂ ਕੋਈ ਜ਼ੋਰ ਜ਼ੁਲਮ ਕਰਦਾ ਸੀ ਉਹਦੇ ਵਿਰੁੱਧ ਵੀ ਸਤਿਗੁਰੂ ਜੀ ਹਿੱਕ ਥਾਣ ਕੇ ਖੜੇ ਹੋ ਗਏ। ਬੀਰਬਲ ਚੜ੍ਹ ਕੇ ਆਇਆ, ਅੰਮ੍ਰਿਤਸਰ ਦੇ ਲੋਕਾਂ ਪਾਸੋਂ ਜ਼ਬਰਦਸਤੀ ਉਹ ਟੈਕਸ ਲੈਣ ਲੱਗਾ। ਸਤਿਗੁਰੂ ਜੀ ਨੇ ਲੋਕਾਂ ਨੂੰ ਦੇਣ ਤੋਂ ਮਨਾ ਕਰਤਾ ਕਿ ਇਸ ਨੂੰ ਬਿਲਕੁਲ ਟੈਕਸ ਨਹੀਂ ਦੇਣਾ। ਜਦੋਂ ਉਸਨੇ ਡਰਾਉਣ ਦਾ ਯਤਨ ਕੀਤਾ, ਸਤਿਗੁਰੂ ਜੀ ਡਰੇ ਨਹੀਂ, ਸਗੋਂ ਉਸ ਨੂੰ ਕਿਹਾ ਜੋ ਕਰਨਾ ਤੂੰ ਕਰ ਲੈ, ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਦਰਅਸਲ ਆਗੂ ਉਹ ਹੁੰਦਾ ਹੈ ਜਿਹੜਾ ਲੋਕਾਂ ਦੀ ਮੁਸ਼ਕਲ ਵਿੱਚ ਲੋਕਾਂ ਦੇ ਨਾਲ ਖੜਾ ਹੋਵੇ, ਜਿਹੜਾ ਲੋਕਾਂ ਦੀਆਂ ਲੋੜਾਂ ਨੂੰ ਸਮਝਦਾ ਹੋਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਦੇਖਿਆ ਕਿ ਲੋਕਾਂ ਤੇ ਜ਼ੋਰ ਜ਼ੁਲਮ ਹੁੰਦਾ ਹੈ, ਲੋਕਾਂ ਦੀ ਸੁਤੰਤਰਤਾ ਦੇ ਲਈ, ਲੋਕਾਂ ਦੇ ਸਵੈਮਾਨ ਦੇ ਲਈ, ਗੁਰੂ ਅਰਜਨ ਦੇਵ ਜੀ ਨੇ ਜੇ ਲੋੜ ਪਈ ਤੇ ਇਸ ਜ਼ੋਰ ਜ਼ੁਲਮ ਦੇ ਅੱਗੇ ਹਿੱਕ ਟਾਣ ਕੇ ਖੜੇ ਹੋ ਗਏ। ਆਪ ਸ਼ਹਾਦਤ ਵੀ ਦੇ ਦਿੱਤੀ, ਪਰ ਸਤਿਗੁਰੂ ਜੀ ਪਿੱਛੇ ਨਹੀਂ ਹਟੇ। ਇਹ ਗੁਰੂ ਅਰਜਨ ਦੇਵ ਜੀ ਦੀ ਬਹੁਤ ਵੱਡੀ ਦੇਣ ਸੀ ਕਿ ਸਤਿਗੁਰੂ ਜੀ ਆਉਣ ਵਾਲੇ ਸਮੇਂ ਨੂੰ ਜਾਣਦੇ ਸਨ। ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ ਉਸ ਵੇਲੇ ਤੋਂ ਇਸ ਤਰੀਕੇ ਨਾਲ ਤਿਆਰ ਕਰਤਾ ਕਿ ਗੁਰਸਿੱਖ ਸੰਤ ਸਿਪਾਹੀ ਬਣ ਜਾਣ, ਯੋਧੇ ਬਣ ਜਾਣ। ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਜਿਹੜੇ ਸੰਤ ਸਿਪਾਹੀ ਬਣੇ, ਇਹਨਾਂ ਨੂੰ ਤਿਆਰ ਕਰਨ ਦੀ ਜਿਹੜੀ ਵਡਿਆਈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਸਤਰ ਵਿਦਿਆ ਦੇਣੀ ਜਾਂ ਪ੍ਰੇਰਣਾ ਕਰਨੀ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਹੁਤ ਵੱਡੀ ਦੇਣ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਨੁੱਖੀ ਸਮਾਜ ਦੀ ਤਰੱਕੀ ਦੇ ਲਈ, ਵਿਕਾਸ ਲਈ ਜੋ ਦਾਤਾਂ ਨੇ ਉਹ ਸਦਾ ਕਾਇਮ ਰਹਿਣ ਵਾਲੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ, ਹੋਰ ਨਗਰ ਵਸਾਉਣੇ, ਸਾਹਿਤਕ ਪੱਖ ਤੋਂ, ਧਾਰਮਿਕ ਪੱਖ ਤੋਂ ਜਾਂ ਹਰ ਪੱਖ ਤੋਂ ਗੁਰੂ ਅਰਜਨ ਦੇਵ ਜੀ ਦੀ ਬਹੁਤ ਵੱਡੀ ਦੇਣ ਹੈ ਮਨੁੱਖਤਾ ਨੂੰ, ਔਰ ਜਿਹੜੀ ਸਦਾ ਕਾਇਮ ਰਹੇਗੀ, ਜਿਹੜੀ ਸਦਾ ਚਿਰੰਜੀਵ ਰਹੇਗੀ। ਜਿਹੜੀ ਮਥਰਾ ਭੱਟ ਜੀ ਨੇ ਗੱਲ ਕਹੀ ਹੈ ਕਿ ਤਤ ਵਿਚਾਰ ਜਹੇ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ, ਕਲ ਤਾਰਨ ਕੋ ਅਵਤਾਰ ਬਣਾਇਓ। ਗੁਰੂ ਸਾਹਿਬ ਜੀ ਦਰਅਸਲ ਜਗਤ ਦੇ ਲੋਕਾਂ ਨੂੰ ਤਾਰਨ ਦੇ ਲਈ ਆਏ ਸਨ। ਔਰ ਅੱਜ ਵੀ ਇਹ ਗੱਲ ਯਕੀਨੀ ਹੈ, ਜਿਹੜਾ ਵੀ ਕੋਈ ਵਿਅਕਤੀ ਗੁਰੂ ਕੀ ਬਾਣੀ ਤੋਂ ਸੇਧ ਲਏਗਾ, ਜਿਹੜਾ ਵੀ ਕੋਈ ਗੁਰੂ ਸਾਹਿਬ ਜੀ ਦੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋ ਜਾਏਗਾ, ਜ਼ਿੰਦਗੀ ਅੰਦਰ ਮਨੁੱਖਤਾ ਦੀ ਸੇਵਾ ਨਾਲ ਜੁੜੇਗਾ, ਸੱਚ ਜਾਣਨਾ ਉਹ ਦੁਨਿਆਵੀ ਦੁੱਖਾਂ ਤੋਂ ਮੁਕਤ ਹੋ ਜਾਏਗਾ। ਭੱਟਾਂ ਨੇ ਜਿਹੜੀ ਗੱਲ ਕਹੀ ਨਾ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਗੁਰੂ ਅਰਜਨ ਦੇਵ ਜੀ ਨੂੰ ਜਪਣ ਦਾ ਹੀ ਅਰਥ ਇਹ ਹੈ ਕਿ ਉਹਨਾਂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾਉਣਾ, ਉਹਨਾਂ ਦੇ ਦਰਸਾਏ ਮਾਰਗ 'ਤੇ ਚੱਲਣਾ। ਆਓ ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਵਿੱਤਰ ਪੁਰਬ ਮਨਾ ਰਹੇ ਹਾਂ, ਜਦੋਂ ਕਿ ਸੰਸਾਰ 'ਚ ਭਿਆਨਕ ਮਹਾਮਾਰੀ ਪਸਰੀ ਹੈ, ਅਸੀਂ ਦੁੱਖਾਂ ਵੱਲ ਨੂੰ ਸਾਡਾ ਸਮਾਜ ਜਾ ਰਿਹਾ ਹੈ। ਇਹਨਾਂ ਦੁੱਖਾਂ 'ਚੋਂ ਬਾਹਰ ਨਿਕਲਣ ਦਾ ਇੱਕੋ ਇੱਕ ਤਰੀਕਾ ਹੈ ਜੋ ਗੁਰੂ ਸਾਹਿਬ ਜੀ ਨੇ ਐਲਾਨ ਕੀਤਾ ਸੀ ਕਿ ਦੁੱਖਾਂ ਤੋਂ ਬਚਣਾ ਤੇ ਹਰ ਕੋਈ ਚਾਹੁੰਦਾ ਹੈ, ਹਨੇਰੇ ਤੋਂ ਬਚਣਾ ਤੇ ਹਰ ਕੋਈ ਚਾਹੁੰਦਾ ਹੈ, ਪਰ ਇਸ ਹਨੇਰੇ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਸਾਧਨ ਹੈ ਕਿ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਅੰਮ੍ਰਿਤ ਬਾਣੀ ਦੀ ਦਾਤ ਦਿੱਤੀ ਹੈ, ਉਸ ਪਵਿੱਤਰ ਬਾਣੀ ਨਾਲ ਜੁੜੀਏ। ਜਿਹੜਾ ਬਾਣੀ ਨੂੰ ਖਾਏਗਾ, ਪੜ੍ਹੇਗਾ, ਵਿਚਾਰੇਗਾ, ਆਪਣੀ ਜ਼ਿੰਦਗੀ ਅੰਦਰ ਧਾਰਨ ਕਰ ਲਏਗਾ। ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ। ਪਰ ਇਹ ਗੱਲ ਚੇਤੇ ਰੱਖਿਓ, ਜਿੱਧਰ ਮਰਜ਼ੀ ਭਟਕ ਲਓ, ਦੁਨਿਆਵੀ ਤੌਰ ਤੇ, ਆਰਥਿਕ ਤੌਰ ਤੇ ਰੁਤਬਿਆਂ ਨੂੰ ਪ੍ਰਾਪਤ ਕਰ ਲਓ, ਪਰ ਗੁਰਬਾਣੀ ਤੋਂ ਬਿਨਾਂ ਉਧਾਰ ਨਹੀਂ ਹੋਣਾ। ਇਹ ਵਸਤ ਜੀ ਨੇ ਜਾਈ, ਨਿਤ ਨਿਤ ਰੱਖ ਉਤਾਰੋ। ਆਪਣੀ ਜ਼ਿੰਦਗੀ 'ਚ ਨਿਤ ਇਹਦੇ ਨਾਲ ਜੁੜੀਏ। ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਜਿੱਥੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ, ਉੱਥੇ ਮਨੁੱਖਤਾ ਦੀ ਸੇਵਾ ਕਰਕੇ ਆਪਾਂ ਲਾਹਾ ਲੈਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।